BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। US ਐਮਬੈਸਡਰ ਨੂੰ ਕੈਨੇਡਾ ਤੋਂ ਕੱਢਣ ਲਈ ਚਲਾਈ ਗਈ ਪਟੀਸ਼ਨ। ਈਰਾਨ ਦੇ ਡਰ ਕਾਰਨ ਕਿਵੇਂ ਚੋਰੀ US ਭੱਜੇ ਟਰੰਪ। ਸੀਰੀਅਲਸ ਵਿੱਚੋਂ ਆਰਟੀਫੀਸ਼ੀਅਲ ਕਲਰ ਹਟਾਉਣ ਲਈ ਕੰਪਨੀਆਂ ਤੇ ਵੱਧ ਰਿਹਾ ਦਬਾਅ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਕੈਨੇਡਾ ਵਿੱਚ ਇੱਕ ਆਨਲਾਈਨ ਪਟੀਸ਼ਨ ਤੇ 29,000 ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ ਹਨ, ਜਿਸ ਵਿੱਚ ਸਰਕਾਰ ਤੋਂ ਅਮਰੀਕੀ ਐਮਬੈਸਡਰ ਪੀਟ ਹੋਇਕਸਟਰਾ ਨੂੰ ਕੈਨੇਡਾ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਇਸ ਸਪਰਿੰਗ ਵਿੱਚ ਹਾਊਸ ਆਫ ਕਾਮਨਸ ਵਿੱਚ ਪੇਸ਼ ਕੀਤੀ ਜਾਣੀ ਹੈ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਹੋਇਕਸਟਰਾ ਨੇ ਅਜਿਹੇ ਬਿਆਨ ਦਿੱਤੇ ਹਨ ਜਿਨ੍ਹਾਂ ਨਾਲ ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ US ਐਮਬੈਸਡਰ ਨੇ ਕੈਨੇਡਾ ਦੀ ਅੰਦਰੂਨੀ ਸਿਆਸਤ ਬਾਰੇ ਅਜਿਹੇ ਤਰੀਕੇ ਵਿੱਚ ਦਖਲ ਦਿੱਤਾ ਹੈ ਜੋ ਕਿ ਡਿਪਲੋਮੈਟਿਕ ਪ੍ਰੋਟੋਕਾਲ ਦੇ ਖਿਲਾਫ ਹੈ। ਇਸ ਪਟੀਸ਼ਨ ਦੀ ਸ਼ੁਰੂਆਤ ਕੈਲਗਰੀ ਦੀ ਇੱਕ ਔਰਤ ਵੱਲੋਂ ਕੀਤੀ ਗਈ ਹੈ ਅਤੇ ਇਸ ਨੂੰ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇ ਸੰਸਦ ਵਿੱਚ ਪੇਸ਼ ਕਰਨਗੇ। ਪਟੀਸ਼ਨ ਵਿੱਚ ਲਿਬਰਲ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਇੱਕ ਸੰਸਦੀ ਕਮੇਟੀ ਬਣਾਈ ਜਾਵੇ ਜੋ ਕਿ ਕੈਨੇਡਾ ਦੇ ਮਾਮਲਿਆਂ ਵਿੱਚ US ਡਿਪਲੋਮੈਟਿਕ ਇੰਟਰਫੇਰੈਂਸ ਦੀ ਜਾਂਚ ਕਰੇ। ਪੀਟ ਹੋਇਕਸਟਰਾ ਇਸ ਗਰਮੀਆਂ ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਦਾ ਅਮਰੀਕਾ ਵਿੱਚ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਚਰਚਾ ਲਈ ਇੱਕ ਵਧੀਆ ਵਿਸ਼ਾ ਹੋ ਸਕਦਾ ਹੈ। ਫਿਲਹਾਲ ਇਸ ਪਟੀਸ਼ਨ ਨੂੰ ਲੈ ਕੇ ਚਰਚਾ ਜਾਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਤੋਂ ਮਿਲੀ ਹਮਲੇ ਦੀ ਧਮਕੀ ਦੇ ਚੱਲਦਿਆਂ ਗੁਪਤ ਤਰੀਕੇ ਨਾਲ ਇੱਕ ਛੋਟੇ ਜਹਾਜ਼ ਰਾਹੀਂ ਟਰਕੀ ਤੋਂ ਬਾਹਰ ਕੱਢਿਆ ਗਿਆ। ਇਹ ਜਾਣਕਾਰੀ ਦ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਟਰੰਪ ਪਿਛਲੇ ਮਹੀਨੇ ਟਰਕੀ ਦੇ ਅੰਕਾਰਾ ਵਿੱਚ ਹੋਏ ਨੇਟੋ ਸੰਮੇਲਨ ਵਿੱਚ ਸ਼ਾਮਲ ਹੋਣ ਗਏ ਸਨ। ਵਾਪਸੀ ਸਮੇਂ ਲੋਕਾਂ ਨੂੰ ਇਹ ਦਿਖਾਇਆ ਗਿਆ ਕਿ ਟਰੰਪ ਪੁਰਾਣੀ 에ਅਰ ਫੋਰਸ 1 ਜਹਾਜ਼ ਰਾਹੀਂ ਅਮਰੀਕਾ ਵਾਪਸ ਜਾ ਰਹੇ ਹਨ। ਟਰੰਪ ਨੂੰ ਕੈਮਰਿਆਂ ਦੇ ਸਾਹਮਣੇ 에ਅਰ ਫੋਰਸ 1 ਵਿੱਚ ਬੈਠਦੇ ਹੀ ਦੇਖਿਆ ਗਿਆ, ਪਰ ਕੁਝ ਮਿੰਟਾਂ ਬਾਅਦ ਉਹਨਾਂ ਨੂੰ ਇੱਕ ਛੋਟੇ 에ਅਰ ਫੋਰਸ C-32A ਜਹਾਜ਼ ਵਿੱਚ ਗੁਪਤ ਤਰੀਕੇ ਨਾਲ ਤਬਦੀਲ ਕਰ ਦਿੱਤਾ ਗਿਆ। ਰਿਪੋਰਟ ਮੁਤਾਬਿਕ ਟਰੰਪ ਅਤੇ ਉਹਨਾਂ ਦੇ ਕੁਝ ਸਹਾਇਕ ਨੂੰ ਇੱਕ 에ਅਰਪੋਰਟ ਕੈਟਰਿੰਗ ਟਰੱਕ ਰਾਹੀਂ ਦੂਜੇ ਜਹਾਜ਼ ਤੱਕ ਲੈ ਜਾਇਆ ਗਿਆ। ਇਹ ਟਰੱਕ ਆਮ ਤੌਰ ਤੇ ਜਹਾਜ਼ਾਂ ਵਿੱਚ ਖਾਣਾ ਤੇ ਹੋਰ ਸਮਾਨ ਪਹੁੰਚਾਉਣ ਲਈ ਵਰਤਿਆ ਜਾਂਦਾ ਹੈ। ਟਰੰਪ ਇਸ ਛੋਟੇ ਜਹਾਜ਼ ਰਾਹੀਂ ਬ੍ਰਿਟੇਨ ਦੇ ਰੈਫ ਮਿਡਨਹਾਲ ਪਹੁੰਚੇ। ਮਿਡਨਹਾਲ ਪਹੁੰਚਣ ਤੋਂ ਬਾਅਦ ਟਰੰਪ ਮੁੜ ਨਵੇਂ 에ਅਰ ਫੋਰਸ 1 ਜਹਾਜ਼ ਵਿੱਚ ਬੈਠੇ ਤੇ ਵਾਸ਼ਿੰਗਟਨ ਲਈ ਰਵਾਨਾ ਹੋ ਗਏ। ਰਿਪੋਰਟ ਮੁਤਾਬਿਕ ਇਹ ਪੂਰੀ ਕਾਰਵਾਈ ਇਸ ਲਈ ਕੀਤੀ ਗਈ ਸੀ ਤਾਂ ਜੋ ਟਰੰਪ ਦੀ ਅਸਲ ਯਾਤਰਾ ਬਾਰੇ ਜਾਣਕਾਰੀ ਬਾਹਰ ਨਾ ਜਾਵੇ ਅਤੇ ਉਹਨਾਂ ਦੀ ਸੁਰੱਖਿਆ ਵਧਾਈ ਜਾ ਸਕੇ। ਇੱਕ ਸਾਬਕਾ ਸੀਕ੍ਰੀਟ ਸਰਵਿਸ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਟਰੰਪ ਨੂੰ ਗੁਪਤ ਤਰੀਕੇ ਨਾਲ ਦੂਜੇ ਜਹਾਜ਼ ਵਿੱਚ ਲੈ ਜਾਣਾ ਆਮ ਗੱਲ ਨਹੀਂ ਹੈ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸੁਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੋ ਸਕਦਾ ਹੈ। ਸੀਰੀਅਲ ਬਣਾਉਣ ਵਾਲੀ ਕੰਪਨੀ WK ਕੈਲੋਗ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਾਰੇ ਸੀਰੀਅਲਸ ਵਿੱਚੋਂ ਆਰਟੀਫੀਸ਼ੀਅਲ ਕਲਰਸ ਇਸ ਸਾਲ ਦੇ ਅੰਤ ਤੱਕ ਹਟਾ ਦੇਣਗੇ। ਕੰਪਨੀ ਨੇ ਪਹਿਲਾਂ ਇਹ ਕੰਮ 2027 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਸੀ। ਕੈਲੋਗ ਨੇ ਨੈਚੁਰਲ ਕਲਰਸ ਦੀ ਵਰਤੋਂ ਸ਼ੁਰੂ ਕਰਨ ਲਈ ਨਵੇਂ ਉਪਕਰਨਾਂ ਵਿੱਚ ਵੀ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਉਹਨਾਂ ਸਾਰੇ ਸੀਰੀਅਲਸ ਵਿੱਚੋਂ BHT ਨਾਮ ਦਾ ਨਕਲੀ ਪ੍ਰੀਜ਼ਰਵੇਟਿਵ ਵੀ ਹਟਾ ਰਹੀ ਹੈ ਜਿਨ੍ਹਾਂ ਵਿੱਚ ਇਹ ਅਜੇ ਵੀ ਵਰਤਿਆ ਜਾ ਰਿਹਾ ਹੈ। ਕੈਲੋਗ ਦੇ ਕਈ ਸਾਲਾਂ ਤੋਂ ਆਪਣੇ ਸੀਰੀਅਲਸ ਵਿੱਚੋਂ ਆਰਟੀਫੀਸ਼ੀਅਲ ਇੰਗਰੀਡੀਐਂਟਸ ਹਟਾਉਣ ਲਈ ਦਬਾਅ ਬਣ ਰਿਹਾ ਸੀ। ਕੰਪਨੀ ਨੇ ਕੈਨੇਡਾ ਸਮੇਤ ਕੁਝ ਹੋਰ ਦੇਸ਼ਾਂ ਵਿੱਚ ਪਹਿਲਾਂ ਹੀ ਆਰਟੀਫੀਸ਼ੀਅਲ ਕਲਰਸ ਦੀ ਵਰਤੋਂ ਬੰਦ ਕਰ ਦਿੱਤੀ ਸੀ ਕਿਉਂਕਿ 2024 ਵਿੱਚ ਦਰਜਨਾਂ ਲੋਕਾਂ ਨੇ ਕੈਲੋਗ ਦੇ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਕੰਪਨੀ ਨੂੰ ਆਰਟੀਫੀਸ਼ੀਅਲ ਕਲਰਸ ਅਤੇ BHT ਹਟਾਉਣ ਲਈ 4 ਲੱਖ ਦਸਤਖਤਾਂ ਵਾਲੀ ਪਟੀਸ਼ਨ ਵੀ ਦਿੱਤੀ ਸੀ। ਅਮਰੀਕਾ ਵਿੱਚ ਵੀ ਇਸ ਮੁੱਦੇ ਤੇ ਦਬਾਅ ਵਧਿਆ ਹੈ ਤੇ ਹੁਣ ਵੱਡੇ ਰੀਟੇਲ ਸਟੋਰ ਵੀ ਕੰਪਨੀਆਂ ਤੇ ਦਬਾਅ ਪਾ ਰਹੇ ਹਨ। ਟਾਰਗੇਟ ਨੇ ਕਿਹਾ ਹੈ ਕਿ ਉਹ ਆਰਟੀਫੀਸ਼ੀਅਲ ਕਲਰਸ ਵਾਲੇ ਸੀਰੀਅਲਸ ਵੇਚਣੇ ਬੰਦ ਕਰੇਗਾ, ਜਦਕਿ ਵਾਲਮਾਰਟ ਨੇ ਵੀ ਆਪਣੇ ਸਟੋਰਸ ਬ੍ਰਾਂਡ ਦੇ ਉਤਪਾਦਾਂ ਵਿੱਚੋਂ ਆਰਟੀਫੀਸ਼ੀਅਲ ਕਲਰਸ ਹਟਾਉਣ ਦਾ ਐਲਾਨ ਕੀਤਾ ਹੈ। ਫੁਕੇਟ ਤੋਂ ਦਿੱਲੀ ਆਉਣ ਵਾਲੀ 에ਅਰ ਇੰਡੀਆ ਦੀ ਫਲਾਈਟ ਦੇ ਮੁੱਖ ਪਾਇਲਟ ਦੀ ਲੈਬੋਰੇਟਰੀ ਟੈਸਟ ਰਿਪੋਰਟ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪੁਸ਼ਟੀ ਹੋ ਗਈ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ 4 ਅਗਸਤ ਨੂੰ 에ਅਰ ਇੰਡੀਆ ਦਾ ਜਹਾਜ਼ ਅਚਾਨਕ ਲਗਭਗ 300 ਫੁੱਟ ਹੇਠਾਂ ਡਿੱਗ ਗਿਆ ਸੀ, ਜਿਸ ਕਾਰਨ 17 ਯਾਤਰੀ ਅਤੇ ਕਰੂ ਮੈਂਬਰ ਜ਼ਖਮੀ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਮਿਨਿਸਟਰ ਆਫ ਸਿਵਲ ਐਵੀਏਸ਼ਨ ਰਾਮ ਮੋਹਨ ਨਾਇਡੂ ਨੇ 에ਅਰ ਇੰਡੀਆ ਦੇ CEO ਨਾਲ ਮੁਲਾਕਾਤ ਕੀਤੀ ਅਤੇ ਇਸ ਘਟਨਾ ਬਾਰੇ ਜਾਣਕਾਰੀ ਮੰਗੀ। ਇਸ ਤੋਂ ਬਾਅਦ ਕੇਂਦਰੀ ਮਿਨਿਸਟਰ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਜਾਵੇਗੀ ਤੇ ਦੋਸ਼ੀ ਪਾਏ ਜਾਣ ਤੇ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਿਕ ਘਟਨਾ ਤੋਂ ਬਾਅਦ ਦੋਵਾਂ ਪਾਇਲਟਸ ਦਾ ਲਾਜ਼ਮੀ ਨਸ਼ੀਲੇ ਪਦਾਰਥਾਂ ਦਾ ਟੈਸਟ ਕੀਤਾ ਗਿਆ ਸੀ। ਸਹਾਇਕ ਪਾਇਲਟ ਦੀ ਰਿਪੋਰਟ ਵਿੱਚ ਕੋਈ ਸਮੱਸਿਆ ਨਹੀਂ ਆਈ, ਪਰ ਮੁੱਖ ਪਾਇਲਟ ਦੀ ਸ਼ੁਰੂਆਤ ਰਿਪੋਰਟ ਸ਼ੱਕੀ ਪਾਈ ਗਈ ਸੀ, ਜਿਸ ਤੋਂ ਬਾਅਦ ਵਿੱਚ ਪੁਸ਼ਟੀ ਲਈ ਇੱਕ ਵਿਸ਼ੇਸ਼ ਲੈਬ ਵਿੱਚ ਭੇਜਿਆ ਗਿਆ ਸੀ ਅਤੇ ਹੁਣ ਪਾਇਲਟ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਹੁਣ ਸਰਕਾਰ ਦਾ ਕਹਿਣਾ ਹੈ ਕਿ ਇਹ ਪਾਇਲਟ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਿਊਯਾਰਕ ਦੀ ਅਦਾਲਤ ਨੇ ਮੌਂਟਰੀਅਲ ਦੀ 9 ਸਾਲਾ ਬੱਚੀ ਮੈਲੀਨਾ ਫਰੈਟੋਲਿਨ ਦੀ ਮੌਤ ਦੇ ਮਾਮਲੇ ਵਿੱਚ ਉਸਦੇ ਪਿਤਾ ਲੂਸ਼ੀਅਨ ਫਰੈਟੋਲਿਨ ਨੂੰ ਸੈਕੰਡ ਡਿਗਰੀ ਮਰਡਰ ਦਾ ਦੋਸ਼ੀ ਕਰਾਰ ਦਿੱਤਾ ਹੈ। 46 ਸਾਲਾ ਫਰੈਟੋਲਿਨ ਨੂੰ ਆਪਣੀ ਧੀ ਦੀ ਲਾਸ਼ ਲੁਕਾਉਣ ਦੇ ਲਈ ਵੀ ਦੋਸ਼ੀ ਪਾਇਆ ਗਿਆ ਹੈ। ਇਹ ਕੇਸ ਲਗਭਗ 3 ਹਫ਼ਤੇ ਚੱਲਿਆ ਅਤੇ ਜੂਰੀ ਨੇ ਕਰੀਬ 1 ਘੰਟੇ ਦੀ ਗੱਲਬਾਤ ਤੋਂ ਬਾਅਦ ਫੈਸਲਾ ਸੁਣਾਇਆ। ਮੈਲੀਨਾ ਦੀ ਲਾਸ਼ ਪਿਛਲੇ ਸਾਲ ਨਿਊਯਾਰਕ ਦੇ ਇੱਕ ਪੇਂਡੂ ਇਲਾਕੇ ਦੀ ਦਰਦਲੀ ਵਿੱਚੋਂ ਮਿਲੀ ਸੀ। ਲਾਸ਼ ਦੇ ਕੁਝ ਹਿੱਸੇ ਨੂੰ ਇੱਕ ਡਿੱਗੇ ਹੋਏ ਦਰਖਤ ਨਾਲ ਢੱਕਿਆ ਗਿਆ ਸੀ, ਜਦਕਿ ਉਸਦੀ ਛਾਤੀ ਤੇ ਵੱਡਾ ਪੱਥਰ ਰੱਖਿਆ ਗਿਆ ਸੀ। ਮੈਲੀਨਾ ਆਪਣੇ ਪਿਤਾ ਨਾਲ ਅਮਰੀਕਾ ਵਿੱਚ 1 ਹਫ਼ਤੇ ਦੀ ਯਾਤਰਾ ਤੇ ਗਈ ਸੀ। 19 ਜੁਲਾਈ 2025 ਨੂੰ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਲਾਪਤਾ ਹੋ ਗਈ ਹੈ। ਸ਼ੁਰੂ ਵਿੱਚ ਫਰੈਟੋਲਿਨ ਨੇ ਪੁਲਿਸ ਨੂੰ ਦੱਸਿਆ ਕਿ 2 ਵਿਅਕਤੀਆਂ ਨੇ ਉਸਦੀ ਧੀ ਨੂੰ ਅਗਵਾ ਕਰ ਲਿਆ ਅਤੇ ਚਿੱਟੀ ਵੈਨ ਵਿੱਚ ਲੈ ਗਏ ਸਨ, ਪਰ ਅਗਲੇ ਦਿਨ ਮੈਲੀਨਾ ਦੀ ਲਾਸ਼ ਨਿਊਯਾਰਕ ਦੇ ਇੱਕ ਪੇਂਡੂ ਇਲਾਕੇ ਵਿੱਚੋਂ ਮਿਲੀ। ਬਾਅਦ ਵਿੱਚ ਜਾਂਚ ਦੌਰਾਨ ਪੁਲਿਸ ਨੇ ਪਿਤਾ ਨੂੰ ਹੀ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਹੁਣ ਫਰੈਟੋਲਿਨ ਨੂੰ 14 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਉਦੋਂ ਤੱਕ ਲਈ ਉਹ ਹਿਰਾਸਤ ਵਿੱਚ ਰਹੇਗਾ। ਮਸ਼ਹੂਰ ਪੰਜਾਬੀ ਕਬੱਡੀ ਪਲੇਅਰ ਗੁਰਜੀਤ ਸਿੰਘ ਤੂਤ ਦਾ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕਿਡਨੀ ਅਤੇ ਲਿਵਰ ਦੀ ਬਿਮਾਰੀ ਨਾਲ ਲੜ ਰਹੇ ਸਨ। ਉਹਨਾਂ ਦਾ ਫਰੀਦਕੋਟ ਦੇ ਇੱਕ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਗੁਰਜੀਤ ਸਿੰਘ ਤੂਤ ਕਬੱਡੀ ਦੀ ਦੁਨੀਆ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਮ ਸਨ। ਉਹ ਮੈਦਾਨ ਵਿੱਚ ਆਪਣੀ ਤਾਕਤਵਰ ਖੇਡ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਮਸ਼ਹੂਰ ਸਨ। ਬਿਮਾਰੀ ਦੌਰਾਨ ਉਹਨਾਂ ਨੂੰ ਡਾਇਲਿਸਿਸ ਵੀ ਚੱਲ ਰਿਹਾ ਸੀ। ਲੰਬੇ ਸਮੇਂ ਤੱਕ ਬਿਮਾਰੀ ਨਾਲ ਲੜਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਦੇਹਾਂਤ ਦੀ ਖਬਰ ਨਾਲ ਕਬੱਡੀ ਖੇਡ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਵੱਡੀ ਗਿਣਤੀ ਵਿੱਚ ਉਹਨਾਂ ਦੇ ਪ੍ਰਸ਼ੰਸਕ ਅਤੇ ਖੇਡ ਨਾਲ ਜੁੜੇ ਲੋਕ ਸੋਸ਼ਲ ਮੀਡੀਆ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਗੁਰਜੀਤ ਸਿੰਘ ਤੂਤ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਤੂਤ ਵਿੱਚ ਕੀਤਾ ਜਾਵੇਗਾ, ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਗੁਰਜੀਤ ਸਿੰਘ ਤੂਤ ਨੂੰ ਕਬੱਡੀ ਤੋਂ ਇਲਾਵਾ ਪੰਜਾਬੀ ਸੰਗੀਤ ਨਾਲ ਜੁੜੇ ਲੋਕ ਵੀ ਜਾਣਦੇ ਸਨ। ਉਹਨਾਂ ਦਾ ਜ਼ਿਕਰ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਗੀਤ ਇਲਜ਼ਾਮ ਵਿੱਚ ਵੀ ਕੀਤਾ ਗਿਆ ਸੀ। ਉਹਨਾਂ ਦੀ ਜ਼ਿੰਦਗੀ ਵਿੱਚ ਮੁਸ਼ਕਲ ਦੌਰ ਵੀ ਆਇਆ ਸੀ, ਪਰ ਬਾਅਦ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮੁੜ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਸੀ। ਕੈਨੇਡਾ ਅਤੇ ਅਮਰੀਕਾ ਨੂੰ ਜੋੜਨ ਵਾਲੇ ਗੌਰੀ ਹਾਊ ਇੰਟਰਨੈਸ਼ਨਲ ਬ੍ਰਿਜ ਦੇ ਖੁੱਲਣ ਤੋਂ ਬਾਅਦ ਪਹਿਲੇ 5 ਦਿਨਾਂ ਵਿੱਚ ਹੀ ਹਜ਼ਾਰਾਂ ਲੋਕਾਂ ਨੇ ਇਸ ਰਾਹੀਂ ਕੈਨੇਡਾ ਵਿੱਚ ਦਾਖਲ ਹੋਏ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ 18,900 ਕੈਨੇਡੀਅਨ ਨਿਵਾਸੀ ਅਮਰੀਕਾ ਤੋਂ ਵਾਪਸ ਆਉਂਦੇ ਹੋਏ ਇਸ ਬ੍ਰਿਜ ਰਾਹੀਂ ਕੈਨੇਡਾ ਪਹੁੰਚੇ। ਇਸ ਸਮੇਂ ਦੌਰਾਨ 18,100 ਅਮਰੀਕੀ ਨਿਵਾਸੀ ਵੀ ਗੌਰੀ ਹਾਊ ਇੰਟਰਨੈਸ਼ਨਲ ਬ੍ਰਿਜ ਰਾਹੀਂ ਕੈਨੇਡਾ ਵਿੱਚ ਦਾਖਲ ਹੋਏ। ਇਸ ਤਰ੍ਹਾਂ ਕੁੱਲ ਮਿਲਾ ਕੇ ਲਗਭਗ 37,000 ਲੋਕਾਂ ਨੇ ਪਹਿਲੇ 5 ਦਿਨਾਂ ਵਿੱਚ ਇਸ ਨਵੇਂ ਬ੍ਰਿਜ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਮਹੀਨੇ ਦੇ ਆਖਰੀ 5 ਦਿਨਾਂ ਵਿੱਚ 4100 ਕਮਰਸ਼ੀਅਲ ਟਰੱਕ ਵੀ ਇਸ ਬ੍ਰਿਜ ਰਾਹੀਂ ਕੈਨੇਡਾ ਆਏ। ਗੌਰੀ ਹਾਊ ਇੰਟਰਨੈਸ਼ਨਲ ਬ੍ਰਿਜ 27 ਜੁਲਾਈ ਨੂੰ ਟ੍ਰੈਫਿਕ ਲਈ ਖੋਲ੍ਹਿਆ ਗਿਆ ਸੀ। ਇਹ ਬ੍ਰਿਜ ਵਿੰਡਸਰ ਅਤੇ ਡੀਟਰੋਇਟ ਨੂੰ ਜੋੜਦਾ ਹੈ ਅਤੇ ਇਸ ਨੂੰ ਖੁੱਲ੍ਹਣ ਵਿੱਚ ਕਈ ਹਫ਼ਤਿਆਂ ਦੀ ਦੇਰੀ ਵੀ ਹੋਈ ਸੀ। ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਸਿਰਫ ਕੈਨੇਡਾ ਵਿੱਚ ਆਉਣ ਵਾਲੇ ਟ੍ਰੈਫਿਕ ਬਾਰੇ ਹਨ। ਜਿਹੜੇ ਲੋਕ ਕੈਨੇਡਾ ਤੋਂ ਡੀਟਰੋਇਟ ਵੱਲ ਗਏ ਹਨ, ਉਹਨਾਂ ਦਾ ਰਿਕਾਰਡ ਅਮਰੀਕੀ ਕਸਟਮ ਵਿਭਾਗ ਕੋਲ ਹੋਵੇਗਾ। ਅੰਕੜਿਆਂ ਮੁਤਾਬਿਕ ਪਹਿਲੇ 5 ਦਿਨਾਂ ਵਿੱਚ ਡੀਟਰੋਇਟ ਤੋਂ ਵਿੰਡਸਰ ਆਉਣ ਵਾਲੇ ਕੁੱਲ ਜ਼ਮੀਨੀ ਟ੍ਰੈਫਿਕ ਦਾ ਲਗਭਗ 44% ਦੀ ਹਿੱਸਾ ਗੌਰੀ ਹਾਊ ਇੰਟਰਨੈਸ਼ਨਲ ਬ੍ਰਿਜ ਰਾਹੀਂ ਆਇਆ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।